ਬੀਤੇ ਦਿਨੀ ਕੈਨੇਡੀਅਨ ਆਰਮ ਫੋਰਸਿਸ ਵੱਲੋਂ ਪੇਸ਼ ਕੀਤੀ ਗਈ ਇੱਕ ਉਹ ਰਿਪੋਰਟ ਜਿਹੜੀ ਲੌਂਗ ਟਰਮ ਕੇਅਰ ਹੋਮਸ ਦੇ ਵਿੱਚ ਇੱਥੇ ਮੌਜੂਦ ਬਜ਼ੁਰਗਾਂ ਦੇ ਹੋ ਰਹੇ ਮਾੜੇ ਹਾਲਾਤ, ਇੱਥੇ ਗੰਦਗੀ ਆਦਿ ਦੇ ਬਾਰੇ ਨਵੇਂ ਤੱਥ ਉਜਾਗਰ ਕਰਦੀ ਸੀ। ਉਸਨੇ ਇਸ ਪੂਰੇ ਹਾਲਾਤ ਦੇ ਉੱਤੇ ਨਵੇਂ ਸਵਾਲ ਵੀ ਖੜੇ ਕੀਤੇ ਨੇ। ਹੁਣ ਸੂਬਾ ਸਰਕਾਰ ਬੇਸ਼ੱਕ ਇਹ ਕਹਿ ਰਹੀ ਹੈ ਕਿ ਅਸੀਂ ਸਖਤੀ ਦੇ ਨਾਲ ਕਦਮ ਚੁੱਕ ਰਹੇ ਹਾਂ ਅਤੇ ਮੌਜੂਦਾ ਪ੍ਰਬੰਧਕਾਂ ਨੂੰ ਹਟਾ ਕੇ ਸਰਕਾਰ ਖੁਦ ਇਹਨਾਂ ਪ੍ਰਬੰਧਾਂ ਨੂੰ ਸੰਭਾਲ ਰਹੀ ਹੈ, ਪਰ ਅਸਲ ਦੇ ਵਿੱਚ ਜ਼ਮੀਨੀ ਹਾਲਾਤ ਕੀ ਨੇ ਇਸ ਸੰਬੰਧੀ ਬਰੈਂਪਟਨ ਦੇ NDP MPP ਗੁਰਰਤਨ ਸਿੰਘ ਦੱਸ ਰਹੇ ਨੇ। ਗੁਰਰਤਨ ਜੀ, ਤੁਹਾਡੇ ਤੋਂ ਜਾਣਨਾ ਚਾਹਾਂਗੇ, ਓਨਟਾਰੀਓ ਸਰਕਾਰ ਦੀ ਕਾਰਗੁਜ਼ਾਰੀ ਤੇ ਗੱਲ ਕਰੀਏ ਤਾਂ ਜੋ ਅਸੀਂ ਰਿਪੋਰਟਸ ਦੇਖੀਆਂ ਨੇ ਕਿ ਮਿਲਟਰੀ ਜਦੋਂ ਡਿਪਲੋਏ ਕੀਤੀ ਗਈ ਲੌਂਗ ਟਰਮ ਕੇਅਰ ਹੋਮਸ ਵਿੱਚ ਤਾਂ ਉਹਨਾਂ ਵੱਲੋਂ ਜਿਹੜੀ ਰਿਪੋਰਟ ਪੇਸ਼ ਕੀਤੀ ਗਈ ਹੈ ਇਟਸ ਹੌਰੀਫਾਈਡ, ਇਟਸ ਡਿਸਟਰਬਿੰਗ। ਇਹਨਾਂ ਰਿਪੋਰਟਸ ਤੋਂ ਬਾਅਦ ਬੇਸ਼ੱਕ ਹੁਣ ਪ੍ਰੋਵਿੰਸ਼ੀਅਲ ਸਟੈਪਸ ਲਏ ਜਾ ਰਹੇ ਨੇ, ਪਰ ਹਜੇ ਵੀ ਬਹੁਤ ਕੁਝ ਕੀਤਾ ਜਾਣਾ ਚਾਹੀਦਾ ਹੈ ਸੀਨੀਅਰਸ ਲਈ। ਕੀ ਕਹਿਣਾ ਹੈ ਤੁਹਾਡੀ ਪਾਰਟੀ ਦਾ, ਕਿਉਂਕਿ ਤੁਹਾਡੀ ਲੀਡਰ ਵੱਲੋਂ ਅਸੀਂ ਦੇਖਿਆ ਸੀ ਕਿ ਇਹ ਮੁੱਦਾ ਬਹੁਤ ਪਹਿਲੇ ਚੱਕਿਆ ਗਿਆ ਸੀ। ਹਾਂਜੀ ਬਿਲਕੁਲ। ਸੋ ਸਭ ਤੋਂ ਪਹਿਲਾਂ ਮੈਂ ਇਹੀ ਕਹਿਣਾ ਚਾਹੁੰਦਾ ਕਿ ਜਦੋਂ ਮੈਂ ਰਿਪੋਰਟ ਪੜ੍ਹਿਆ ਸੀਗਾ it was horrendous, it was horrifying, ਬਹੁਤ ਜ਼ਿਆਦਾ ਦੁੱਖ ਵਾਲੀ ਗੱਲ ਸੀ ਤੇ ਨਾਲ ਬਹੁਤ ਵੱਡਾ ਬੇਇਨਸਾਫੀ ਹੈ। ਜਦੋਂ ਤੁਸੀਂ ਡਿਟੇਲਸ ਦੇਖਦੇ ਹੋ, ਕਹਿੰਦੇ ਨੇ ਕਿ ਬਜ਼ੁਰਗ ਦੇ ਇੰਨਾ ਬੁਰਾ ਹਾਲਾਤ ਸੀ ਉਸ ਫੈਸਿਲਿਟੀਆਂ ਦੇ ਵਿੱਚ ਕਿ ਕਈ ਵਾਰੀ they would reuse syringes ਦੁਆਰਾ ਯੂਜ਼ ਕਰਦੇ ਸੀ। ਜਿਹੜਾ ਖੁਰਾਕ ਸੀ ਉਹ ਖਰਾਬ ਖੁਰਾਕ ਬਜ਼ੁਰਗਾਂ ਨੂੰ ਫੀਡ ਕਰਦੇ ਸੀ। ਕਈ ਵਾਰੀ ਕਾਕਰੋਚਸ ਉਹ ਖਾਣਾ ਦੇ ਵਿੱਚ ਸੀਗਾ। They were force feeding some seniors ਤੇ ਉਹਦਾ ਸਾਹ ਨਹੀਂ ਹੁੰਦਾ ਸੀਗਾ, ਇੰਨਾ ਜ਼ੋਰ ਦੀ ਉਹਦਾ force feeding ਹੁੰਦਾ ਸੀਗਾ ਕਿ ਬਜ਼ੁਰਗਾਂ ਕਈ ਹਫ਼ਤਿਆਂ ਵਾਸਤੇ ਉਹਦਾ ਬਾਥ ਨਹੀਂ ਮਿਲਦਾ ਸੀ। They were sitting in their own filth for often weeks on end। ਇੱਦਾਂ ਦਾ ਮੈਨੂੰ ਜਦੋਂ ਮੈਂ ਰਿਪੋਰਟ ਪੜ੍ਹਿਆ ਸੀਗਾ ਮੈਨੂੰ ਲੱਗਦਾ ਕਿ ਇਹ ਇੱਕ ਕਿਸਮ ਦਾ ਨਰਕ ਹੈ। And it was really terrible, really horrifying and really just a terrible situation। So ਸਾਡਾ ਜਿਹੜਾ ਸਿਚੁਏਸ਼ਨ ਇਹ ਵੀ ਸਾਨੂੰ ਸਮਝਣਾ ਚਾਹੀਦਾ ਕਿ ਇੱਦਾਂ ਦਾ ਜਿਹੜਾ ਹਾਲਾਤ, ਇੱਦਾਂ ਦਾ ਸਿਚੁਏਸ਼ਨ ਲੌਂਗ ਟਰਮ ਕੇਅਰ ਫੈਸਿਲਿਟੀ ਦੇ ਵਿੱਚ ਇਹ ਐਕਚੁਅਲੀ ਸਿਰਫ COVID-19 ਨੇ ਹੈ। ਇਹ ਪਿਛਲੇ ਸਾਲਾਂ ਦੇ ਵਿੱਚ ਅਸੀਂ NDP ਵੱਲੋਂ ਇਸ ਇਸ਼ੂ ਬਹੁਤ ਵਾਰੀ ਉਠਾਇਆ। ਜਦੋਂ ਲਿਬਰਲ ਸਰਕਾਰ ਸੀਗਾ ਅਸੀਂ ਇਸ ਇਸ਼ੂ ਉਠਾਇਆ ਤੇ ਹੁਣ ਜਦੋਂ ਕੰਸਰਵੇਟਿਵ ਸਰਕਾਰ ਆ ਗਿਆ ਅਸੀਂ ਇਸ ਇਸ਼ੂ ਉਠਾਇਆ ਕਿਉਂਕਿ this has been a problem for years। ਐਂਡ ਮਾਣ ਵਾਲੀ ਗੱਲ ਹੈ ਕਿ ਲਿਬਰਲ ਜਿਹੜਾ ਆਰਮੀ ਆ ਕੇ ਮਾਣ ਵਾਲੀ ਗੱਲ ਹੈ ਕਿ ਜਦੋਂ ਆਰਮੀ ਆ ਗਿਆ ਸੀਗਾ they came and they brought awareness to this issue of long-term care and the issue that seniors are facing। So it's a terrible issue। We're fighting right now for three things। ਸਭ ਤੋਂ ਪਹਿਲੀ ਗੱਲ ਹੈ ਹਰ home ਦੇ ਵਿੱਚ ਇੱਕ inspection ਹੋਣਾ ਚਾਹੀਦਾ ਤਾਂ ਕਿ we can really see the situation that people are facing in these homes। ਦੂਸਰੀ ਗੱਲ ਹੈ ਜਿਹੜਾ homes ਵਧੀਆ ਹਿਸਾਬ ਨਾਲ ਨਹੀਂ take care ਕਰਦੇ ਨੇ ਬਜ਼ੁਰਗਾਂ ਵਾਸਤੇ we need to make sure that they are taken over by the province। ਤੇ ਤੀਸਰਾ ਗੱਲ ਹੈ ਕਿ ਸਾਨੂੰ ਸੂਬੇ ਦੇ ਵਿੱਚ ਇੱਕ public inquiry ਦੀ ਲੋੜ ਹੈ। ਇਹ ਬਹੁਤ ਜ਼ਰੂਰੀ ਗੱਲ ਹੈ। It must be a public inquiry so we can find out the root of what's happening and why it's happening in our long-term care facilities। ਜੀ, ਜਿਸ ਤਰ੍ਹਾਂ ਤੁਹਾਡੀ ਪਾਰਟੀ ਵੱਲੋਂ ਇੱਕ ਪਬਲਿਕ ਇਨਕੁਆਇਰੀ ਦੀ ਗੱਲ ਕੀਤੀ ਜਾ ਰਹੀ ਹੈ, ਇਨਸਪੈਕਸ਼ਨ ਦੀ ਗੱਲ ਕੀਤੀ ਜਾ ਰਹੀ ਹੈ, ਪਰ ਦੂਜੇ ਪਾਸੇ ਜੋ ਹੁਣ ਪ੍ਰੋਵਿੰਸ ਵੱਲੋਂ ਸਟੈਪਸ ਲਏ ਜਾ ਰਹੇ ਨੇ, ਕੀ ਤੁਹਾਨੂੰ ਲੱਗਦਾ ਹੈ ਇਨਫ ਹੈ ਜਾਂ ਫਿਰ ਤੁਸੀਂ ਆਪਣੇ ਇਸ਼ੂਜ਼ ਜਿਵੇਂ ਹੈਗੇ ਆ ਪਬਲਿਕ ਇਨਕੁਆਇਰੀ ਦੇ ਜਾਂ ਇਨਸਪੈਕਸ਼ਨ ਦੇ ਅੱਗੇ ਚੱਲ ਕੇ ਲੈਜਿਸਲੇਚਰ ਵਿੱਚ ਉਠਾਓਗੇ? ਸੋ ਜਦੋਂ ਅਸੀਂ ਦੇਖਦੇ ਹਾਂ ਸਿਚੁਏਸ਼ਨ ਜਿਹੜਾ ਆਰਮੀ ਆਇਆ ਸੀਗਾ for around 5 houses, there were 5 houses that there are 5 long-term care facilities that they were an issue। Sadde Suba de vich there are hundreds of long-term care facilities। So as time te ਅਸੀਂ ਇਹ ਬਿਲਕੁਲ ਕਲੀਅਰਲੀ ਅਸੀਂ ਕਹਿ ਸਕਦੇ ਕਿ ਪਿਛਲੇ 2 ਸਾਲ ਜਿਹੜਾ ਡਗ ਫੋਰਡ ਸਰਕਾਰ ਆਇਆ ਸੀ ਸੂਬੇ ਦੇ ਵਿੱਚ they have not done enough for long-term care and that's why we are seeing this issue coming forward। And especially now we need immediate action। We need action taken as soon as possible to help our seniors who are in these tough positions। ਤੇ ਨਾਲ ਦੇ ਨਾਲ ਸਾਨੂੰ ਪਬਲਿਕ ਇਨਕੁਆਇਰੀ ਦੀ ਲੋੜ ਹੈ ਤਾਂ ਕਿ ਅਸੀਂ ਵਾਕਿਆ ਇਸ ਪਤਾ ਕਰ ਸਕਦਾ ਕਿ ਇੱਦਾਂ ਦਾ ਸਿਚੁਏਸ਼ਨ ਕਿਉਂ ਹੋਇਆ ਸਾਡੇ ਲੌਂਗ ਟਰਮ ਕੇਅਰ ਫੈਸਿਲਿਟੀਜ਼ ਦੇ ਵਿੱਚ। ਜੀ, ਹੋਰ ਮੁੱਦਿਆਂ ਵੱਲ ਵਧੀਏ ਤਾਂ ਕੈਂਪੇਨਿੰਗ ਵਿੱਚ ਵੀ ਅਸੀਂ ਦੇਖਿਆ ਜਦੋਂ ਤੋਂ ਤੁਸੀਂ ਟਰਮ ਦੇ ਵਿੱਚ ਹੈਗੇ ਹੋ ਉਦੋਂ ਵੀ ਅਸੀਂ ਦੇਖਿਆ ਕਿ ਤੁਸੀਂ ਹਮੇਸ਼ਾ ਆਟੋ ਇੰਸ਼ੋਰੈਂਸ ਦਾ ਮੁੱਦਾ ਚੱਕਦੇ ਰਹੇ ਹੋ। ਹੁਣ ਬੇਸ਼ੱਕ ਇਸ ਪੈਂਡੈਮਿਕ ਵਿੱਚ ਥੋੜ੍ਹੀ ਰਾਹਤ ਜ਼ਰੂਰ ਲੋਕਾਂ ਨੂੰ ਮਿਲੀ ਹੈ, ਬਟ ਇਹ ਟੈਂਪਰੇਰੀ ਹੈਗੀ ਹੈ। ਜੋ ਤੁਸੀਂ ਹੁਣ ਫਿਰ ਤੋਂ ਮੰਗ ਚੱਕ ਰਹੇ ਹੋ ਆਟੋ ਇੰਸ਼ੋਰੈਂਸ ਦੇ ਰੇਟਸ ਨੂੰ ਘਟਾਉਣ ਦੀ, ਕੀ ਤੁਹਾਨੂੰ ਲੱਗਦਾ ਹੈ ਕਿ ਹੁਣ ਸਰਕਾਰ ਉਸ ਤੇ ਫੋਕਸ ਕਰੇਗੀ? ਸੋ ਸਾਨੂੰ ਪਤਾ ਕਿ ਬਰੈਂਪਟਨ ਵਿੱਚ ਆਲਰੇਡੀ ਬਹੁਤ ਚਿਰਲੀ ਇਹ ਜਿਹੜਾ ਆਟੋ ਇੰਸ਼ੋਰੈਂਸ ਇਸ਼ੂ ਬਹੁਤ ਵੱਡਾ ਇਸ਼ੂ ਹੈਗਾ, ਸਪੈਸੀਫਿਕਲੀ ਬਰੈਂਪਟਨ ਦੇ ਵਿੱਚ ਕਿਉਂਕਿ ਸਾਡੇ ਜਿਹੜਾ ਕਾਰ ਇੰਸ਼ੋਰੈਂਸ ਰੇਟ ਸਾਰੇ ਦੇਸ਼ ਦੇ ਵਿੱਚ ਸਭ ਤੋਂ ਮਹਿੰਗੀ ਹੈ ਤੇ ਇਹ ਗਲਤ ਹੈ ਕਿਉਂਕਿ ਉਹ ਸਾਨੂੰ ਸਿਰਫ ਸਾਡੇ ਰਿਹਾਇਸ਼ ਕਰਕੇ ਸਾਨੂੰ ਜ਼ਿਆਦਾ ਹਾਈ ਪ੍ਰਾਈਸਿਸ ਚਾਰਜ ਕਰਦੇ ਹੋ। ਪਰ ਹੁਣ COVID-19 ਸਾਨੂੰ ਪਤਾ ਕਿ ਹਾਲੇ ਵੀ ਜਦੋਂ ਅਸੀਂ ਸਬੂਤ ਦੇਖਦੇ ਹਾਂ there are less
cars on the road. ਸੜਕਾਂ ਦੇ ਉੱਤੇ ਬਹੁਤ ਘੱਟ ਗੱਡੀਆਂ ਨੇ ਤੇ ਨਾਲ ਦੇ ਬਹੁਤ ਘੱਟ ਐਕਸੀਡੈਂਟਸ ਨੇ। ਸੋ ਸਾਡੀ ਮੰਗ ਬੜੀ ਕਲੀਅਰ ਹੈ ਕਿ ਇਸ ਟਾਈਮ ਦੇ ਜਿੱਥੇ COVID-19 ਕਰਕੇ ਲੋਕੀ ਕਰੇ ਨੇ, I'm at home, I'm working from home, many people are working at home right now, that in this situation, we need a reduction in car insurance as much as 50% for all Ontarians. ਅਸੀਂ ਇਹ ਮੰਗ ਡਗ ਫੋਰਡ ਦੇ ਸਰਕਾਰ ਦੇ ਮੁਰੇ ਰੱਖਿਆ ਤੇ ਉਹ ਇਸ ਟਾਈਮ ਤੇ they have not taken the action necessary to reduce rates. ਉਹ ਹਲੇ ਵੀ ਇਦਾਂ ਦਾ ਐਕਸ਼ਨ ਲੈ ਕੇ ਆਉਂਦੇ ਨੇ ਜਿਹੜਾ ਆਟੋ ਇੰਸ਼ੋਰੈਂਸ ਦਾ ਹੱਕ ਵਿੱਚ ਹੈ, ਨਾ ਕਿ ਆਮ Ontario ਡਰਾਈਵਰ। ਸੋ ਅਸੀਂ ਫੇਰ ਵੀ ਇਸ ਇਸ਼ੂ ਦੇ ਉੱਤੇ ਅਸੀਂ ਕੰਮ ਕਰਨਾ, ਅਸੀਂ ਪ੍ਰੈਸ਼ਰ ਪਾਉਣਾ, ਕਿਉਂਕਿ ਇਸ ਟਾਈਮ ਤੇ we're all struggling, it's so tough for everyone. We need relief for Ontario drivers, especially when we see clearly there is a reduction in accidents. We need to see a reduction in rates. ਜੀ, ਇਹ ਉਹ ਸਮਾਂ ਹੈਗਾ ਜਦੋਂ ਸਾਰਿਆਂ ਨੂੰ ਮਿਲ ਕੇ ਕੰਮ ਕਰਨਾ ਹੋਏਗਾ ਪ੍ਰੋਵਿੰਸ ਦੀ ਬੈਟਰਮੈਂਟ ਲਈ। ਕੀ ਤੁਹਾਨੂੰ ਲੱਗਦਾ ਹੈ ਕਿ ਹਜੇ ਵੀ ਸਰਕਾਰ ਦੀ ਕਾਰਗੁਜ਼ਾਰੀ ਵਿੱਚ ਕੁਝ ਗੈਪ ਹੈਗੇ ਨੇ ਜਿਨ੍ਹਾਂ ਨੂੰ ਆਇਡੈਂਟੀਫਾਈ ਕਰਨਾ ਜ਼ਰੂਰੀ ਹੈ ਤਾਂ ਕਿ ਹੁਣ ਉਹਨਾਂ ਨੂੰ ਅੱਗੇ ਚੱਲ ਕੇ ਐਡਰੈਸ ਕੀਤਾ ਜਾ ਸਕੇ? ਬਿਲਕੁਲ ਜੀ। ਸੋ ਸਾਡੇ ਇਹੀ ਰੋਲ ਹੈਗਾ Ontario ਦੇ ਵਿੱਚ, ਅਸੀਂ ਅਫੀਸ਼ੀਅਲ ਵਿਰੋਧੀ ਪਾਰਟੀ ਤੇ ਸਾਡਾ ਜੌਬ ਹੈਗਾ, ਅਸੀਂ ਦੇਖਦੇ ਹਾਂ ਕਿ ਸਰਕਾਰ ਕੀ ਕਰਦੇ ਨੇ, ਅਸੀਂ ਗੈਪਸ ਆਇਡੈਂਟੀਫਾਈ ਕਰਦੇ ਹਾਂ ਤੇ ਅਸੀਂ ਉਹ ਫਿਰ ਗੈਪਸ ਦੇ ਜਿਹੜਾ ਇਸ਼ੂਜ਼ ਅਸੀਂ ਸਰਕਾਰ ਦੇ ਮੁਰੇ ਸੇ ਰੱਖਦੇ ਹਾਂ। ਤੇ ਅਸੀਂ already ਦੋ main gaps ਅਸੀਂ identify ਕੀਤਾ ਹੋਇਆ। ਇੱਕ ਤਾਂ long-term care facilities, there's been a complete failure there with respect to the support necessary for folks in long-term care facilities. ਇੱਕ ਹੋਰ ਹੈਗਾ ਜਿਹੜਾ auto insurance ਦੀ ਗੱਲ ਹੈ, it's a very big issue that people are still struggling with, fees that are so high. ਪਰ ਨਾਲ ਦੇ ਨਾਲ ਜਦੋਂ ਅਸੀਂ ਦੇਖਦੇ ਹਾਂ ਕਿ ਜਦੋਂ ਅਸੀਂ ਟੈਸਟਿੰਗ ਦੀ ਗੱਲ ਅਸੀਂ ਕਰਦੇ ਹਾਂ ਕਿ Ontario ਹਾਲੇ ਵੀ ਜਿੰਨਾ ਸਾਡਾ ਗੋਲ ਹੈਗਾ ਟੈਸਟਿੰਗ ਕਰਨ ਲਈ, ਅਸੀਂ ਉਹ ਹਾਲੇ ਵੀ ਰੀਚ ਨਹੀਂ ਕੀਤਾ ਹੋਇਆ ਤੇ ਇਹ ਬਹੁਤ ਜ਼ਿਆਦਾ ਬਹੁਤ ਵੱਡੀ ਗੱਲ ਹੈ। ਕਿਉਂਕਿ ਦੇਖ ਲਓ, ਜੇ ਅਸੀਂ ਇੱਕ ਪਾਸੇ ਅਸੀਂ ਇਕਨੋਮੀ ਖੋਲ੍ਹਣਾ ਪਰ ਜੇ ਸਾਡਾ ਟੈਸਟਿੰਗ ਉਹ ਜਿਹੜੇ ਗੋਲ ਤੇ ਨਹੀਂ ਪਹੁੰਚੇ, that means that, you know, it's going to impact our ability to have the data necessary to see if the sickness is spreading more or not. So ਇਹ ਇੱਕ ਗੱਲ ਹੈ ਕਿ ਟੈਸਟਿੰਗ ਦੀ ਗੱਲ ਹੈ ਤੇ ਨਾਲ ਦੇ ਨਾਲ ਅਸੀਂ ਦੇਖਦੇ ਹਾਂ ਕਿ ਸਾਡੇ ਸੂਬੇ ਵੱਲੋਂ ਇੰਨੇ ਜ਼ਿਆਦਾ ਸਪੋਰਟਸ ਨਹੀਂ ਹੈਗੇ ਨੇ ਆਮ ਬੰਦਿਆਂ ਵਾਸਤੇ। ਸੋ ਜੇ ਅਸੀਂ ਦੇਖਦੇ ਹਾਂ ਵੱਖਰੇ ਸੂਬੇ ਕੈਨੇਡਾ ਦੇ ਵਿੱਚ ਉਹ ਕੋਈ ਪ੍ਰੋਗਰਾਮਸ ਹੁੰਦੇ ਨੇ ਰੈਂਟ ਸਪੋਰਟ ਵਾਸਤੇ, ਜਿਹੜੇ ਬੰਦੇ ਸਰਵ ਵਾਸਤੇ ਨਹੀਂ ਅਪਲਾਈ ਕਰ ਸਕਦੇ ਉਹਨੂੰ ਸਪੋਰਟ ਕਰਨ ਲਈ, ਈਵਨ ਸਮਾਲ ਬਿਜ਼ਨਸ ਵਾਸਤੇ। ਤੇ ਅਸੀਂ ਇੱਦਾਂ ਦਾ ਪਾਲਿਸੀਜ਼ ਅਸੀਂ ਪ੍ਰਪੋਜ਼ ਕੀਤਾ ਹੋਇਆ ਸਪੈਸੀਫਿਕਲੀ ਸਮਾਲ ਬਿਜ਼ਨਸ ਵਾਸਤੇ ਕਿ ਇੱਦਾਂ ਦਾ ਰਿਲੀਫ ਹੋਣਾ ਚਾਹੀਦਾ ਤਾਂ ਕਿ ਸਮਾਲ ਬਿਜ਼ਨਸਿਸ they can get support for their lease so they can keep on functioning. We're not seeing that direction from the Conservative government right now in Ontario. These are many of the gaps. There's more, but these are some of the gaps that we're working to identify and address in the upcoming, immediately and in the upcoming days at the legislature. ਜੀ ਗੁਰਰਤਨ ਜੀ, ਬਹੁਤ ਧੰਨਵਾਦ ਤੁਸੀਂ ਸਮਾਂ ਕੱਢਿਆ PTC ਦੇ ਨਾਲ ਗੱਲਬਾਤ ਕਰਨ ਲਈ। ਥੈਂਕ ਯੂ ਸੋ ਮਚ ਐਂਡ ਸਟੇ ਸੇਫ। ਥੈਂਕ ਯੂ ਤੁਹਾਨੂੰ ਵੀ ਤੇ ਤੁਹਾਡੇ ਸਾਰੇ ਵਿਊਅਰਸ ਇੱਕ ਹੋਰ ਵਾਰੀ ਪਿਆਰ ਭਰੀ ਸਤਿ ਸ੍ਰੀ ਅਕਾਲ। ਜੀ, ਥੈਂਕ ਯੂ ਸੋ ਮਚ।